A very good morning to all of you. I hope you all are fine, and today we are going to start our new chapter of the book The Pact with the Sun, and chapter name is The Treasure of Shepherd. Shepherd's Treasure. Shepherd कौन ਹੁੰਦਾ ਆ ਜਿਹੜਾ ਕਿ ਭੇਡਾਂ ਬੱਕਰੀਆਂ ਨੂੰ ਚਰਾਉਂਦਾ ਆ, ਚਰਵਾਹਾ ਜਿਹਨੂੰ ਕਹਿੰਦੇ ਆ ਉਹਨੂੰ ਸ਼ੈਫਰਡ ਕਿਹਾ ਜਾਂਦਾ ਹੈ। ਅਤੇ ਅੱਜ ਆਪਾਂ ਉਹਦੀ ਇੱਕ ਬਹੁਤ ਹੀ ਵੰਡਰਫੁਲ ਸਟੋਰੀ ਪੜ੍ਹਾਂਗੇ। ਇੰਟਰੋਡਕਸ਼ਨ ਦੇਖੋ। ਫਸਟਲੀ ਸ਼ੈਫਰਡਸ ਟ੍ਰੈਜਰ ਇਜ਼ ਅ ਫੇਮਸ ਫੋਕ ਟੇਲ, ਮਤਲਬ ਕਿ ਇੱਕ ਬਹੁਤ ਹੀ ਲੋਕਪ੍ਰਿਯ ਕਥਾ ਹੈ। ਇਹ ਲੋਕ ਕਥਾ ਜਿਹਨੂੰ ਕਿਹਾ ਜਾਂਦਾ, ਅਤੇ ਕਿੱਥੋਂ ਦੀ ਕਥਾ ਹੈ? ਈਰਾਨ ਦੀ। ਠੀਕ ਹੈ, ਇਹ ਈਰਾਨ ਦੀ ਬਹੁਤ ਹੀ ਫੇਮਸ ਲੋਕ ਕਥਾ ਹੈ ਜਿਹੜੀ ਕਿ ਉੱਥੋਂ ਦੇ ਲੋਕਾਂ ਦੁਆਰਾ ਸੁਣਾਈ ਜਾਂਦੀ ਹੈ ਆਪਣੇ ਬੱਚਿਆਂ ਨੂੰ। ਦਿਸ ਫੋਕ ਟੇਲ ਇਜ਼ ਅ ਸਟੋਰੀ ਆਫ ਅ ਪੂਅਰ ਸ਼ੈਫਰਡ ਐਂਡ ਹਾਊ ਹਿਜ਼ ਫਰੈਂਡਲੀਨੈਸ ਐਂਡ ਵਿਜ਼ਡਮ ਵੌਨ ਦਾ ਹਾਰਟ ਆਫ ਐਵਰੀ ਪੀਪਲ। ਅਤੇ ਇਹ ਕਹਾਣੀ ਕਾਹਦੇ ਬਾਰੇ ਹੈ? ਇੱਕ ਪੂਅਰ ਸ਼ੈਫਰਡ ਦੇ ਬਾਰੇ 'ਚ ਹੈ ਜਿਹੜਾ ਕਿ ਬਹੁਤ ਹੀ ਗਰੀਬ ਚਰਵਾਹਾ ਹੈ, ਆਪਣੀਆਂ ਭੇਡਾਂ ਨੂੰ ਚਰਾਉਂਦਾ ਹੈ, ਅਤੇ ਉਹਦੇ ਫਰੈਂਡਲੀ ਨੇਚਰ ਬਾਰੇ ਹੈ ਕਿ ਕਿੱਦਾਂ ਉਹ ਲੋਕਾਂ ਨਾਲ ਬਹੁਤ ਹੀ ਵਧੀਆ ਤਰੀਕੇ ਨਾਲ ਵਿਵਹਾਰ ਕਰਦਾ ਸੀ ਅਤੇ ਕਿੰਨਾ ਇੰਟੈਲੀਜੈਂਟ ਸੀ, ਅਤੇ ਉਹਦੇ ਕਰਕੇ ਉਹ ਹਰੇਕ ਆਦਮੀ ਦਾ ਦਿਲ ਜਿਹੜਾ ਆ ਜਿੱਤ ਲੈਂਦਾ ਸੀ। ਠੀਕ ਹੈ, ਬਹੁਤ ਹੀ ਸੋਹਣੀ ਸਟੋਰੀ ਹੈ ਅਤੇ ਤੁਹਾਨੂੰ ਬਹੁਤ ਪਸੰਦ ਆਏਗੀ। ਸਟੋਰੀ ਸ਼ੁਰੂ ਕਰਨ ਤੋਂ ਪਹਿਲਾਂ ਆਪਾਂ ਇਹਦੇ ਵਰਡ ਮੀਨਿੰਗ ਦੇਖਦੇ ਹਾਂ। ਫਸਟ ਦੇਖੋ, ਸ਼ੈਫਰਡ। ਸ਼ੈਫਰਡ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਸ਼ੈਫਰਡ ਕੀ ਹੁੰਦਾ ਆ? ਅ ਪਰਸਨ ਹੂ ਟੇਕ ਕੇਅਰ ਆਫ ਦਾ ਸ਼ੀਪ। ਜਿਹੜਾ ਇਨਸਾਨ ਭੇਡਾਂ ਦੀ ਰੱਖਿਆ ਕਰਦਾ ਹੈ, ਉਹਨਾਂ ਨੂੰ ਚਰਾਉਂਦਾ ਹੈ, ਉਹਨੂੰ ਸ਼ੈਫਰਡ ਕਿਹਾ ਜਾਂਦਾ ਹੈ। ਨੈਕਸਟ ਦੇਖੋ, ਕਾਟੇਜ। ਕਾਟੇਜ ਕੀ ਹੁੰਦਾ ਹੈ? ਇੱਕ ਸਮੋਲ ਹਾਊਸ। ਠੀਕ ਹੈ, ਛੋਟਾ ਜਿਹਾ ਘਰ। ਵਿਜ਼ਡਮ ਕੀ ਹੁੰਦੀ ਹੈ? ਨੌਲੇਜ। ਡਿਸਗਰਸ। ਡਿਸਗਰਸ ਕੀ ਹੁੰਦਾ ਹੈ? ਤੁਸੀਂ ਆਪਣਾ ਭੇਸ ਬਦਲ ਲੈਂਦੇ ਹੋ ਅਤੇ ਦੂਸਰਿਆਂ ਨੂੰ ਭੇਸ ਬਦਲ ਕੇ ਮਿਲਦੇ ਹੋ, ਉਸਨੂੰ ਡਿਸਗਰਸ ਕਿਹਾ ਜਾਂਦਾ। ਐਨ ਅਪੀਅਰੈਂਸ ਦੈਟ ਹਾਈਡਸ ਅ ਐਕਚੁਅਲ ਫੋਰਮ। ਨੈਕਸਟ ਦੇਖੋ, ਮੋਲ। ਮੋਲ ਕੀ ਹੁੰਦਾ ਹੈ? ਗਧਾ। ਮਤਲਬ ਕਿ ਪੂਰਾ ਪ੍ਰੋਪਰ ਗਧਾ ਵੀ ਨਹੀਂ ਹੁੰਦਾ, ਫੀਮੇਲ ਅਤੇ ਮੇਲ ਹਾਰਸ ਦਾ ਥੋੜ੍ਹਾ ਵਰਜਨ ਜਿਹਾ ਹੁੰਦਾ ਹੈ, ਮਿਕਸਚਰ ਜਿਹਾ ਹੁੰਦਾ ਹੈ। ਈਰਾਨ ਦਾ ਇੱਕ ਐਨੀਮਲ ਹੈ, ਉਹਨੂੰ ਮੋਲ ਕਿਹਾ ਜਾਂਦਾ ਹੈ। ਨੈਕਸਟ ਦੇਖੋ, ਮੇਅਰ। ਮੇਅਰ ਕੀ ਹੁੰਦਾ? ਕੁਆਇਟ ਲੈਸ ਇਨ ਅਮਾਊਂਟ ਔਰ ਐਡੀਕੁਏਟ, ਜਿਹੜਾ ਕਿ ਮਾਤਰਾ 'ਚ ਘੱਟ ਹੋਵੇ ਲੇਕਿਨ ਤੁਹਾਡੇ ਲਈ ਬਿਲਕੁਲ ਸਹੀ ਹੋਵੇ, ਤੁਸੀਂ ਉਸ ਨਾਲ ਗੁਜ਼ਾਰਾ ਕਰ ਸਕੋ, ਉਹਨੂੰ ਮੇਅਰ ਕਿਹਾ ਜਾਂਦਾ ਹੈ। ਨੈਕਸਟ ਹੈ ਡਿਪਾਰਟ। ਡਿਪਾਰਟ ਕੀ ਹੁੰਦਾ ਹੈ? ਲੀਵ, ਤੁਸੀਂ ਕਿਸੇ ਜਗ੍ਹਾ ਨੂੰ ਛੱਡ ਕੇ ਜਾਂਦੇ ਹੋ। ਨੈਕਸਟ ਹੈ ਕੰਪਲੀਮੈਂਟ। ਕੰਪਲੀਮੈਂਟ ਕੀ ਹੁੰਦਾ ਹੈ? ਤੁਹਾਡੀ ਪ੍ਰੇਜ਼ ਕੀਤੀ ਜਾਂਦੀ ਹੈ, ਤੁਹਾਨੂੰ ਸਰਾਹਿਆ ਜਾਂਦਾ ਹੈ, ਉਸਨੂੰ ਕੰਪਲੀਮੈਂਟ ਕਿਹਾ ਜਾਂਦਾ ਹੈ। ਨੈਕਸਟ ਹੈ ਐਂਟੋਨਿਸ਼। ਐਂਟੋਨਿਸ਼ ਕੀ ਹੁੰਦਾ ਹੈ? ਵੰਡਰਡ, ਹੈਰਾਨ ਰਹਿ ਜਾਣਾ। ਨੈਕਸਟ ਹੈ ਪਲੀਜ਼ਡ। ਪਲੀਜ਼ ਕੀ ਹੁੰਦਾ ਹੈ? ਹੈਪੀ। ਹੰਬਲ, ਜਿਹਦੇ ਵਿੱਚ ਬਿਲਕੁਲ ਵੀ ਘਮੰਡ ਨਾ ਹੋਵੇ, ਜਿਹੜਾ ਬਿਲਕੁਲ ਵੀ ਪ੍ਰਾਊਡੀ ਨਾ ਹੋਵੇ। ਡਿਗਨਿਟੀ ਕੀ ਹੁੰਦੀ ਹੈ? ਸੈਲਫ ਰਿਸਪੈਕਟ। ਫੇਮ ਕੀ ਹੁੰਦਾ ਹੈ? ਪੋਪੂਲੈਰਿਟੀ। ਠੀਕ ਹੈ, ਪ੍ਰੋਵਿੰਸਿਸ ਕੀ ਹੁੰਦੀਆਂ ਨੇ? ਸਟੇਟ। ਸਟੇਟ ਮਤਲਬ ਰਾਜ। ਠੀਕ ਹੈ, ਜਿੱਦਾਂ ਪੰਜਾਬ ਆਪਣਾ ਇੱਕ ਪ੍ਰੋਵਿੰਸ ਹੈ, ਇੱਕ ਸਟੇਟ ਹੈ, ਉੱਦਾਂ ਹੀ ਜਿਹੜੇ ਹੋਰ ਵੀ ਆਪਣੇ ਬਹੁਤ ਸਾਰੇ ਪ੍ਰੋਵਿੰਸਿਸ ਨੇ। ਚੀਜ਼। ਚਿਸਟ ਕੀ ਹੁੰਦਾ ਹੈ? ਬਾਕਸ। ਠੀਕ ਹੈ, ਇੱਕ ਛੋਟਾ ਜਿਹਾ ਬਕਸਾ, ਉਹਨੂੰ ਚਿਸਟ ਕਿਹਾ ਜਾਂਦਾ ਹੈ। ਟਰੈਜਰ। ਟਰੈਜਰ ਕੀ ਹੁੰਦਾ ਹੈ? ਜਿਹਦੇ ਵਿੱਚ ਬਹੁਤ ਸਾਰੇ ਹੀਰੇ ਜਵਾਹਰਾਤ, ਜਿਹਨੂੰ ਆਪਾਂ ਖਜ਼ਾਨਾ ਕਹਿ ਦਿੰਦੇ ਹਾਂ। ਮੋਕਿੰਗਲੀ। ਮੋਕਿੰਗਲੀ ਮੀਨਸ ਮੇਕਿੰਗ ਫਨ ਆਫ। ਠੀਕ ਹੈ, ਕਿਸੇ ਦਾ ਮਜ਼ਾਕ ਬਣਾਉਣਾ। ਨੈਕਸਟ ਹੈ ਸੰਮਨ। ਠੀਕ ਹੈ, ਸੰਮਨ ਦੇ ਕੇ ਕਿਸੇ ਨੂੰ ਬੁਲਾਇਆ ਜਾਂਦਾ ਹੈ, ਮਤਲਬ ਕਿ ਜਦੋਂ ਤੁਹਾਨੂੰ ਓਫੀਸ਼ਲੀ ਕਿਸੇ ਨੇ ਬੁਲਾਉਣਾ ਹੋਵੇ ਤਾਂ ਤੁਹਾਨੂੰ ਸੰਮਨ ਜਾਰੀ ਕੀਤੇ ਜਾਂਦੇ ਨੇ। ਠੀਕ ਹੈ, ਨੈਕਸਟ ਹੈ ਡਿਲਾਈਟ। ਡਿਲਾਈਟ ਕੀ ਹੁੰਦਾ? ਜੋਏ। ਫਾਸਟ ਟੈਂਡੈਂਟ। ਫਾਸਟ ਟੈਂਡੈਂਟ ਮਤਲਬ ਫਿਕਸਡ ਐਂਡ ਟਾਇਰਡ। ਠੀਕ ਹੈ, ਕਿ ਬਹੁਤ ਥੱਕਿਆ ਹੋਇਆ। ਕਲੋਥਸ। ਕਲੋਥਸ ਕੀ ਹੁੰਦੇ ਆ? ਇੱਕ ਤਰ੍ਹਾਂ ਦੀ ਡਰੈਸਿੰਗ ਸੈਂਸ ਹੁੰਦੀ ਹੈ, ਲਾਈਕ ਜਿੱਦਾਂ ਰਾਜੇ ਮਹਾਰਾਜੇ ਜਿਹੜੇ ਕੱਪੜੇ ਪਾਉਂਦੇ ਆ, ਉਹਨੂੰ ਕੀ ਕਹਿੰਦੇ ਆ? ਕਲੋਥਸ। ਐम्बैरेस्ड। ਐम्बैरेस्ड ਮਤਲਬ ਤੁਸੀਂ ਥੋੜ੍ਹੀ ਜਿਹੀ ਸ਼ਰਮ ਮਹਿਸੂਸ ਕਰਦੇ ਹੋ, ਤੁਹਾਨੂੰ ਥੋੜ੍ਹੀ ਔਕਵਰਡਨੈਸ ਮਹਿਸੂਸ ਹੁੰਦੀ ਹੈ ਜਦੋਂ ਤੁਹਾਡੀ ਕੋਈ ਬਹੁਤ ਜ਼ਿਆਦਾ ਪ੍ਰੇਜ਼ ਕਰਦਾ ਹੈ, ਉਹਨੂੰ ਕਿਹਾ ਜਾਂਦਾ ਐम्बैरेस्ड। ਇਨਡੀਡ ਮਤਲਬ ਇਨ ਰਿਐਲਿਟੀ। ਠੀਕ ਹੈ, ਚਲੋ ਹੁਣ ਆਪਾਂ ਸਟੋਰੀ ਸਟਾਰਟ ਕਰਦੇ ਹਾਂ। In a village in Iran, there once lived a shepherd. He was very poor. ਦੇਖੋ ਇਹ ਸ਼ੈਫਰਡ ਹੈ, ਕਹਿੰਦੇ ਈਰਾਨ ਦੇ ਇੱਕ ਪਿੰਡ ਦੇ ਵਿੱਚ ਇੱਕ ਸ਼ੈਫਰਡ ਰਹਿੰਦਾ ਸੀ, ਇੱਕ ਚਰਵਾਹਾ ਰਹਿੰਦਾ ਸੀ ਜਿਹੜਾ ਕਿ ਬਹੁਤ ਹੀ ਗਰੀਬ ਸੀਗਾ। ਠੀਕ ਹੈ, ਜਿਹੜਾ ਕਿ ਬਹੁਤ ਗਰੀਬ ਸੀ। ਓਕੇ,
He did not have even a small cottage of his own. He had never been to school or learned to read and write, for there were very few school in those days. ਕਹਿੰਦੇ ਉਹ ਇੰਨਾ ਜ਼ਿਆਦਾ ਗਰੀਬ ਸੀ ਕਿ ਉਹਦੇ ਕੋਲੇ ਆਪਣਾ ਰਹਿਣ ਦੇ ਲਈ ਇੱਕ ਘਰ ਵੀ ਨਹੀਂ ਸੀ ਛੋਟਾ ਜਿਹਾ ਜਿਹਦੇ ਵਿੱਚ ਉਹ ਰਹਿ ਸਕੇ, ਅਤੇ ਨਾ ਹੀ ਉਹ ਕਦੇ ਸਕੂਲ ਗਿਆ ਸੀ, ਨਾ ਹੀ ਕਦੇ ਕੁਛ ਪੜ੍ਹਿਆ ਲਿਖਿਆ ਸੀ, ਕਿਉਂਕਿ ਉਸ ਸਮੇਂ 'ਤੇ ਬਹੁਤ ਘੱਟ ਸਕੂਲ ਹੋਇਆ ਕਰਦੇ ਸੀ। ਠੀਕ ਹੈ, ਈਰਾਨ ਦਾ ਸ਼ਹਿਰ ਹੈ, ਉੱਥੇ ਇੱਕ ਸ਼ੈਫਰਡ ਰਹਿੰਦਾ ਹੈ, ਬਹੁਤ ਗਰੀਬ ਹੈ, ਬਿਲਕੁਲ ਪੜ੍ਹਿਆ ਲਿਖਿਆ ਨਹੀਂ ਹੈ, ਨਾ ਹੀ ਉਹਦੇ ਕੋਲੇ ਘਰ ਹੈ। ਕਿਉਂ ਪੜ੍ਹਿਆ ਲਿਖਿਆ ਨਹੀਂ ਹੈ ਉਹ? ਕਿਉਂਕਿ ਉਸ ਸਮੇਂ ਦੇ ਵਿੱਚ ਬਹੁਤ ਘੱਟ ਸਕੂਲ ਹੋਇਆ ਕਰਦੇ ਸਨ। ਅੱਗੇ ਦੇਖੋ, though poor and uneducated, this shepherd was very wise. Wise ਕੀ ਹੁੰਦਾ? ਇੰਟੈਲੀਜੈਂਟ। ਕਹਿੰਦੇ ਚਾਹੇ ਇਹ ਸ਼ੈਫਰਡ ਜਿਹੜਾ ਸੀਗਾ ਉਹ ਬਹੁਤ ਗਰੀਬ ਸੀ ਅਤੇ ਅਨਐਜੂਕੇਟਡ ਸੀ, ਲੇਕਿਨ ਫਿਰ ਵੀ ਬਹੁਤ ਬੁੱਧੀਮਾਨ ਸੀ, ਬਹੁਤ ਨੌਲੇਜ ਸੀ ਉਹਨੂੰ। ਹੀ ਅੰਡਰਸਟੂਡ ਪੀਪਲਸ ਸੋਰੋਜ਼ ਐਂਡ ਟਰਬਲਸ, ਅਤੇ ਉਹ ਕੀ ਕਰਦਾ ਸੀ? ਲੋਕਾਂ ਦੇ ਦੁੱਖ ਤਕਲੀਫਾਂ ਨੂੰ ਸਮਝਦਾ ਸੀ। ਐਂਡ ਹੈਲਪ ਦੈਮ ਫੇਸ ਦੇਅਰ ਪ੍ਰੋਬਲਮਸ ਵਿਦ ਕਰੇਜ ਐਂਡ ਕਾਮਨ ਸੈਂਸ। ਠੀਕ ਹੈ, ਲੋਕ ਉਸ ਕੋਲੇ ਆਉਂਦੇ ਸੀਗੇ ਆਪਣੀਆਂ ਪ੍ਰੋਬਲਮਸ ਲੈ ਕੇ, ਅਤੇ ਲੋਕ ਉਹ ਉਹਨਾਂ ਦੀਆਂ ਪ੍ਰੋਬਲਮਸ ਨੂੰ ਸੁਣਦਾ ਵੀ ਸੀ, ਉਹਨਾਂ ਨੂੰ ਹਿੰਮਤ ਵੀ ਦਿੰਦਾ ਸੀ, ਅਤੇ ਉਹਨਾਂ ਨੂੰ ਕਹਿੰਦਾ ਸੀ ਕਿ ਤੁਸੀਂ ਇੱਦਾਂ ਆਪਣੀ ਪ੍ਰੋਬਲਮ ਤੋਂ ਬਾਹਰ ਆ ਸਕਦੇ ਹੋ। Many people come to him for advice. Soon he became famous for his wisdom and friendly nature. ਉਹਦੇ ਕੋਲੇ ਬਹੁਤ ਸਾਰੇ ਲੋਕ ਜਿਹੜੇ ਆ ਆਪਣੀਆਂ ਤਕਲੀਫਾਂ ਦੇ, ਆਪਣੇ ਦੁੱਖ ਦਰਦ ਦੀਆਂ ਸੁਣਾ ਕੇ ਉਸ ਤੋਂ ਐਡਵਾਈਸ ਲੈਣ ਆਉਂਦੇ ਸੀ, ਅਤੇ ਉਹ ਉਹਨਾਂ ਨੂੰ ਐਡਵਾਈਸ ਦਿੰਦਾ ਵੀ ਸੀ, ਜਿਸ ਕਰਕੇ ਉਹ ਬਹੁਤ ਛੇਤੀ ਕੀ ਹੋ ਗਿਆ? ਫੇਮਸ ਹੋ ਗਿਆ, ਅਤੇ ਉਹਦਾ ਨੇਚਰ ਵੀ ਬਹੁਤ ਫਰੈਂਡਲੀ ਸੀ, ਇਸ ਕਰਕੇ ਵੀ ਲੋਕ ਉਸ ਨੂੰ ਦੂਰ ਦੂਰ ਤੱਕ ਜਾਣਨ ਲੱਗੇ। The king of that country heard about him and thought of meeting him. ਜਿਹੜਾ ਉਸ ਦੇਸ਼ ਦਾ ਰਾਜਾ ਸੀ, ਉਸਨੇ ਉਹਦੇ ਬਾਰੇ ਸੁਣਿਆ ਅਤੇ ਉਸਨੇ ਡਿਸਾਈਡ ਕੀਤਾ ਕਿ ਮੈਂ ਉਸਨੂੰ ਮਿਲੂੰਗਾ। ਠੀਕ ਹੈ, disguised as a shepherd and riding on a mule, one day the king came to the cave where the wise shepherd lived. ਠੀਕ ਹੈ, ਤੁਹਾਨੂੰ ਪਹਿਲਾਂ ਹੀ ਦੱਸਿਆ ਕਿ ਉਹ ਬਹੁਤ ਗਰੀਬ ਹੈ, ਉਹਦੇ ਕੋਲ ਆਪਣਾ ਘਰ ਨਹੀਂ ਹੈ, ਉਹ ਕਿੱਥੇ ਰਹਿੰਦਾ ਹੈ? ਇੱਕ ਕੇਵ ਦੇ ਵਿੱਚ, ਇੱਕ ਗੁਫਾ ਦੇ ਵਿੱਚ। ਠੀਕ ਹੈ, ਹੁਣ ਰਾਜੇ ਨੇ ਸੋਚਿਆ ਸੀ ਕਿ ਮੈਂ ਉਸਨੂੰ ਮਿਲਣ ਜਾਊਂਗਾ, ਅਤੇ ਰਾਜਾ ਕੀ ਕਰਦਾ ਹੈ? ਆਪਣਾ ਭੇਸ ਬਦਲ ਲੈਂਦਾ। ਡਿਸਗਾਈਜ਼ ਮਤਲਬ ਭੇਸ ਬਦਲ ਲੈਣਾ, ਬਸ ਭੇਸ ਬਦਲਣਾ। ਅਤੇ ਜਿਹੜਾ ਰਾਜਾ ਹੈ ਉਹ ਭੇਸ ਬਦਲ ਕੇ ਇੱਕ ਸ਼ੈਫਰਡ ਬਣ ਜਾਂਦਾ ਹੈ, ਚਰਵਾਹਾ ਬਣ ਜਾਂਦਾ ਹੈ, ਅਤੇ ਇੱਕ ਗਧੇ ਦੇ ਉੱਪਰ ਸਵਾਰ ਹੋ ਕੇ ਉਸ ਸ਼ੈਫਰਡ ਨੂੰ ਮਿਲਣ ਉਸਦੀ ਕੇਵ ਦੇ ਵਿੱਚ ਆਉਂਦਾ ਹੈ। As soon as the shepherd saw the traveller coming towards the cave, he rose to welcome him. ਜਦੋਂ ਹੀ ਦੇਖਿਆ ਉਸਨੇ ਸ਼ੈਫਰਡ ਨੇ ਕਿ ਉਹਦੇ ਵੱਲ ਇੱਕ ਟਰੈਵਲਰ ਆ ਰਿਹਾ ਹੈ, ਇੱਕ ਯਾਤਰੀ ਆ ਰਿਹਾ ਹੈ ਉਸਨੂੰ ਮਿਲਣ ਦੇ ਲਈ, ਤਾਂ ਉਹ ਕੀ ਕਰਦਾ ਹੈ? ਉੱਠ ਕੇ ਜਾ ਕੇ ਉਸਦਾ ਸਵਾਗਤ ਕਰਦਾ ਹੈ, ਉਹਦਾ ਵੈਲਕਮ ਕਰਦਾ ਹੈ। He took the tired traveller inside the cave, gave him water to drink. ਉਹ ਕੀ ਕਰਦਾ ਹੈ? ਉਸ ਥੱਕੇ ਹਾਰੇ ਯਾਤਰੀ ਨੂੰ ਆਪਣੀ ਗੁਫਾ ਦੇ ਅੰਦਰ ਲੈ ਕੇ ਆਉਂਦਾ ਹੈ ਅਤੇ ਉਸ ਨੂੰ ਪੀਣ ਦੇ ਲਈ ਪਾਣੀ ਦਿੰਦਾ ਹੈ। ਐਂਡ ਸ਼ੇਅਰ ਆਫ ਹਿਜ਼ ਮਿਆਗ ਮੀਲ। ਮਿਆਗ ਮਤਲਬ ਕਿ ਚਾਹੇ ਉਹ ਘੱਟ ਸੀ ਪਰ ਉਹਦੇ ਲਈ ਸਫੀਸ਼ੈਂਟ ਸੀ। ਠੀਕ ਆ, ਉਹ ਕੀ ਕਰਦਾ? ਉਹਨੂੰ ਪਾਣੀ ਦਿੰਦਾ ਅਤੇ ਉਹਦੇ ਕੋਲ ਜਿੰਨਾ ਕੁ ਭੋਜਨ ਹੁੰਦਾ ਹੈ ਉਸਨੂੰ ਖਾਣ ਦੇ ਲਈ ਦਿੰਦਾ ਹੈ। ਦ ਕਿੰਗ ਰੈਸਟਡ ਫॉर ਦ ਨਾਈਟ ਇਨ ਦ ਸ਼ੈਫਰਡਸ ਕੇਵ। ਜਿਵੇਂ ਹੁਣ ਰਾਤ ਹੋ ਗਈ ਸੀਗੀ, ਇਸ ਕਰਕੇ ਜਿਹੜਾ ਰਾਜਾ ਹੈ ਉਹ ਸ਼ੈਫਰਡ ਦੀ ਹੀ ਗੁਫਾ ਦੇ ਵਿੱਚ ਰੁਕ ਜਾਂਦਾ ਹੈ। ਐਂਡ ਹੀ ਵਾਜ਼ ਗ੍ਰੇਟਲੀ ਇੰਪਰੈਸਡ ਬਟ ਦ ਸ਼ੈਫਰਡਸ ਹੌਸਪਿਟੈਲਿਟੀ ਬਾਏ ਦ ਸ਼ੈਫਰਡਸ ਹੌਸਪਿਟੈਲਿਟੀ ਐਂਡ ਬਾਈਜ਼ ਕਨਵਰਜ਼ੇਸ਼ਨ। ਹੌਸਪਿਟੈਲਿਟੀ ਕੀ ਹੁੰਦਾ ਹੈ? ਤੁਹਾਡੇ ਘਰ ਕੋਈ ਮਹਿਮਾਨ ਆਉਂਦਾ ਹੈ, ਤੁਸੀਂ ਜਿਸ ਤਰ੍ਹਾਂ ਉਹਦਾ ਸਵਾਗਤ ਕਰਦੇ ਹੋ ਅਤੇ ਉਸ ਦੇ ਨਾਲ ਬਿਹੇਵ ਕਰਦੇ ਹੋ, ਉਸ ਨੂੰ ਕੀ ਕਿਹਾ ਜਾਂਦਾ ਹੈ? ਹੌਸਪਿਟੈਲਿਟੀ ਕਿਹਾ ਜਾਂਦਾ ਹੈ। ਅਤੇ ਰਾਜੇ ਨੂੰ ਜਿੱਦਾਂ ਉਸਨੇ ਵੈਲਕਮ ਕੀਤਾ ਅਤੇ ਉਹਦੀ ਦੇਖਭਾਲ ਕੀਤੀ, ਉਹਨੂੰ ਖਾਣਾ ਦਿੱਤਾ, ਠੀਕ ਹੈ, ਉਹਨੂੰ ਆਪਣੇ ਘਰ 'ਚ ਰੱਖਿਆ, ਇਸ ਗੱਲ ਤੋਂ ਜਿਹੜਾ ਰਾਜਾ ਹੈ ਉਹ ਬਹੁਤ ਪ੍ਰਸੰਨ ਹੁੰਦਾ ਹੈ ਅਤੇ ਰਾਜੇ ਨੂੰ ਉਸਦੀ ਗੱਲਬਾਤ ਕਰਨ ਦਾ ਤਰੀਕਾ ਵੀ ਬਹੁਤ ਜ਼ਿਆਦਾ ਪਸੰਦ ਆਉਂਦਾ, ਕਿਉਂਕਿ ਉਹ ਬਹੁਤ ਬੁੱਧੀਮਾਨ ਸੀ, ਹੈ ਨਾ। Though still tired, the king decided to depart the next morning. ਠੀਕ ਹੈ, ਚਾਹੇ ਰਾਜਾ ਥੱਕਿਆ ਹੋਇਆ ਸੀ, ਕਿਉਂਕਿ ਹੁਣ ਰਾਜੇ ਨੂੰ ਰਾਜ ਮਹਿਲ 'ਚ ਰਹਿਣ ਦੀ ਆਦਤ ਹੈ। ਹੁਣ ਪੂਰੀ ਰਾਤ ਉਹ ਕੇਵ 'ਚ ਰਿਹਾ ਹੈ ਬਿਨਾਂ ਕਿਸੇ ਕੰਫਰਟ ਤੋਂ। ਓਬਵੀਅਸਲੀ ਉਸਨੂੰ ਟਾਇਰਡਨੈਸ ਫੀਲ ਹੋ ਰਹੀ ਹੋਏਗੀ, ਲੇਕਿਨ ਰਾਜੇ ਨੇ ਡਿਸਾਈਡ ਕੀਤਾ ਕਿ ਉਹ ਆਪਣੇ ਘਰ ਜਾਏਗਾ। ਡਿਪਾਰਟ ਮਤਲਬ ਕਿ ਉੱਥੋਂ ਲੀਵ ਕਰੇਗਾ। ਠੀਕ ਹੈ। Many thanks for your kindness to a poor traveller
I have a long way to go, permit me to leave। ਤੇ ਉਹ ਕਹਿੰਦਾ ਹੈ ਰਾਜਾ ਕਿ ਮੈਂ ਬਹੁਤ ਖੁਸ਼ ਹਾਂ ਤੁਸੀਂ ਇਸ ਗਰੀਬ ਯਾਤਰੀ ਨੂੰ ਆਪਣੇ ਘਰ ਦੇ ਵਿੱਚ ਪਨਾਹ ਦਿੱਤੀ ਅਤੇ ਮੇਰਾ ਰਸਤਾ ਬਹੁਤ ਲੰਬਾ ਹੈ ਅਤੇ ਮੈਨੂੰ ਹੁਣ ਜਾਣ ਦੀ ਆਗਿਆ ਦਿਓ। ਅਤੇ ਉਸ ਤੋਂ ਬਾਅਦ ਜਿਹੜਾ ਸ਼ੈਫਰਡ ਕਹਿੰਦਾ ਹੈ ਥੈਂਕ ਯੂ ਯੋਰ ਮੈਜੈਸਟੀ ਫॉर ਪੇਇੰਗ ਮੀ ਦ ਕੰਪਲੀਮੈਂਟ ਆਫ ਦ ਵਿਜ਼ਿਟ। ਸ਼ੈਫਰਡ ਕੀ ਕਹਿੰਦਾ ਹੈ ਕਿ ਮੈਜੈਸਟੀ ਕਿਹਨੂੰ ਕਹਿੰਦੇ ਹਾਂ ਆਪਾਂ, ਰਾਜੇ ਨੂੰ, ਠੀਕ ਹੈ। ਉਹ ਕਹਿੰਦਾ ਹੈ ਕਿ ਹੇ ਰਾਜਾ ਤੁਸੀਂ ਮੇਰੇ ਘਰ ਆਏ ਅਤੇ ਮੈਨੂੰ ਆਪਣੀ ਸੇਵਾ ਦਾ ਮੌਕਾ ਦਿੱਤਾ, ਉਸ ਦੇ ਲਈ ਬਹੁਤ ਬਹੁਤ ਧੰਨਵਾਦ। ਦ ਕਿੰਗ ਵਾਜ਼ ਐਂਟੋਨਿਸ਼ਡ ਐਜ਼ ਵੈਲ ਐਜ਼ ਪਲੀਜ਼ਡ। ਐਂਟੋਨਿਸ਼ਡ ਮਤਲਬ ਹੈਰਾਨ ਹੋਣਾ, ਪਲੀਜ਼ਡ ਮਤਲਬ ਖੁਸ਼ ਹੋਣਾ। ਰਾਜਾ ਜਿਹੜਾ ਹੈ ਉਹ ਬਹੁਤ ਹੈਰਾਨ ਹੁੰਦਾ ਹੈ ਅਤੇ ਨਾਲ ਹੀ ਨਾਲ ਬਹੁਤ ਜ਼ਿਆਦਾ ਅਤੇ ਖੁਸ਼ ਹੁੰਦਾ ਹੈ। ਮਤਲਬ ਉਸਨੇ ਤਾਂ ਦੱਸਿਆ ਹੀ ਨਹੀਂ ਸੀ ਨਾ ਕਿ ਉਹ ਰਾਜਾ ਹੈ, ਉਸਨੇ ਤਾਂ ਆਪਣੇ ਆਪ ਨੂੰ ਐਜ਼ ਅ ਸ਼ੈਫਰਡ ਹੀ ਇੰਟਰੋਡਿਊਸ ਕੀਤਾ ਸੀ ਅਤੇ ਫਿਰ ਵੀ ਉਸਨੂੰ ਪਤਾ ਲੱਗ ਗਿਆ ਕਿ ਇਹ ਇੱਕ ਰਾਜਾ ਹੈ। ਤਾਂ ਰਾਜਾ ਇਹ ਸੁਣ ਕੇ ਬਹੁਤ ਹੈਰਾਨ ਵੀ ਹੁੰਦਾ ਅਤੇ ਖੁਸ਼ ਵੀ ਹੁੰਦਾ। ਯੂ ਆਰ ਇਨਡੀਡ ਵੈਰੀ ਵਾਈਜ਼, ਆਈ ਨੀਡ ਪੀਪਲ ਲਾਈਕ ਯੂ ਟੂ ਵਰਕ ਫॉर ਮੀ। ਉਹ ਕਹਿੰਦਾ ਹੈ ਕਿ ਮੈਂ ਤੁਹਾਡੀ ਬੁੱਧੀਮਤਾ ਤੋਂ ਬਹੁਤ ਜ਼ਿਆਦਾ ਪ੍ਰਸੰਨ ਹਾਂ ਅਤੇ ਮੈਨੂੰ ਤੇਰੇ ਵਰਗੇ ਹੀ ਲੋਕ ਚਾਹੀਦੇ ਹਨ ਮੇਰੇ ਰਾਜ ਦੇ ਵਿੱਚ ਕੰਮ ਕਰਨ ਲਈ। ਯੈਸ ਮਾਈ ਲਾਰਡ, ਆਈ ਹੀਅਰ ਐਂਡ ਆਈ ਓਬੇ। ਅਤੇ ਸ਼ੈਫਰਡ ਕਹਿੰਦਾ ਹੈ ਕਿ ਹਾਂ ਰਾਜਨ, ਮੈਂ ਤੁਹਾਡੇ ਬਾਰੇ ਬਹੁਤ ਸੁਣਿਆ ਹੈ ਅਤੇ ਮੈਂ ਇਸ ਗੱਲ ਲਈ ਤੁਹਾਡੀ ਆਗਿਆ ਦਾ ਪਾਲਣ ਵੀ ਕਰਾਂਗਾ। ਮਤਲਬ ਕਿ ਉਹ ਰਾਜੇ ਲਈ ਕੰਮ ਕਰਨ ਦੇ ਲਈ ਤਿਆਰ ਹੈ। And the king appointed the humble shepherd the governor of a small district। ਠੀਕ ਆ, ਦੇਖੋ ਰਾਜ ਦਰਬਾਰ ਹੈ, ਸਾਰੇ ਦਰਬਾਰੀ ਖੜੇ ਹੋਏ ਨੇ। ਰਾਜਾ ਜਿਹੜਾ ਆ ਉਹ ਸ਼ੈਫਰਡ ਹੈ, ਠੀਕ ਹੈ। ਇਸ ਨੂੰ ਕੀ ਕਹਿੰਦਾ ਹੈ ਕਿ ਤੈਨੂੰ ਇੱਕ ਛੋਟੀ ਜਿਹੀ ਡਿਸਟ੍ਰਿਕਟ ਦਾ ਮਤਲਬ ਛੋਟੇ ਜਿਹੇ ਜ਼ਿਲ੍ਹੇ ਦਾ ਗਵਰਨਰ ਬਣਾਇਆ ਜਾਂਦਾ ਹੈ। ਮਤਲਬ ਕਿ ਉੱਥੋਂ ਦਾ ਰਾਜਾ ਬਣਾਤਾ ਉਹਨੂੰ ਕਿ ਤੂੰ ਉੱਥੋਂ ਦਾ ਸਾਰਾ ਕੰਮ ਕਾਰ ਦੇਖਣਾ ਵਾ, ਠੀਕ ਹੈ। ਤੋ he rose to power and dignity, the shepherd remained as humble as ever। The people loved and honored him for his wisdom, sympathy and goodness। ਠੀਕ ਹੈ। ਹੁਣ ਦੇਖੋ ਸ਼ੈਫਰਡ ਨੂੰ ਬਣਾਤਾ, ਠੀਕ ਆ, ਗਵਰਨਰ, ਲੇਕਿਨ ਸ਼ੈਫਰਡ ਕੋਲ ਪਾਵਰ ਆ ਗਈ ਹੈ ਪਰ ਡਿਗਨਿਟੀ ਵੀ ਆ ਗਈ ਹੈ, ਲੋਕ ਉਸਦਾ ਆਦਰ ਮਾਣ ਕਰਦੇ ਨੇਗੇ। ਪਰ ਸ਼ੈਫਰਡ ਜਿਹੜਾ ਹੈ ਉਹ ਹਮੇਸ਼ਾ ਦੀ ਤਰ੍ਹਾਂ ਕੀ ਰਹਿ ਰਿਹਾ ਵਾ, ਹੰਬਲ ਰਹਿ ਰਿਹਾ ਵਾ। ਉਹਦੇ ਵਿੱਚ ਬਿਲਕੁਲ ਵੀ ਪ੍ਰਾਈਡ ਨਹੀਂ ਆਇਆ ਕਿ ਮੈਨੂੰ ਇੰਨਾ ਵੱਡਾ ਅਹੁਦਾ ਮਿਲ ਗਿਆ ਹੈ। ਉਹਦੇ 'ਚ ਬਿਲਕੁਲ ਵੀ ਜਿਹੜਾ ਆ ਘਮੰਡ ਨਹੀਂ ਆਇਆ ਅਤੇ ਉਹ ਅੱਜ ਵੀ ਲੋਕਾਂ ਨੂੰ ਪਹਿਲਾਂ ਦੀ ਤਰ੍ਹਾਂ ਹੀ ਕਾਇੰਡਨੈਸ ਦੇ ਨਾਲ ਮਿਲਦਾ ਹੈ ਅਤੇ ਲੋਕ ਵੀ ਉਸਨੂੰ ਬਹੁਤ ਪਿਆਰ ਕਰਦੇ ਨੇ, ਬਹੁਤ ਆਦਰ ਮਾਣ ਦਿੰਦੇ ਨੇ। ਕਿਉਂ, ਕਾਹਦੇ ਲਈ ਆਦਰ ਮਾਣ ਦਿੰਦੇ ਆ? ਉਹਦੀ ਵਿਜ਼ਡਮ ਦੇ ਲਈ, ਉਹਦੀ ਸਿੰਪਥੀ ਲਈ, ਉਹਦੀ ਗੁੱਡਨੈਸ ਲਈ, ਕਿ ਕਿੰਨੇ ਚੰਗੇ ਤਰੀਕੇ ਦੇ ਨਾਲ ਉਹ ਬਿਹੇਵ ਕਰਦਾ। He was kind and just to one and all, his fame was as far as possible and wise governor soon spread throughout the country। ਅਤੇ ਉਹਦੀ ਦਿਆਲੂਤਾ ਕਰਕੇ ਸਾਰੇ ਲੋਕ ਉਸਨੂੰ ਪਸੰਦ ਕਰਦੇ ਸਨ, ਉਹ ਸਾਰੇ ਲੋਕਾਂ ਨੂੰ ਬਰਾਬਰ ਰੱਖਦਾ ਸੀ, ਠੀਕ ਹੈ। ਅਤੇ ਜਿਸ ਕਰਕੇ ਉਹਦੀ ਫੇਅਰਨੈਸ ਕਰਕੇ ਉਹ ਸਭ ਨੂੰ ਬਰਾਬਰ ਰੱਖਦਾ ਹੈ, ਸਭ ਨਾਲ ਜਸਟਿਸ ਕਰਦਾ ਹੈ। ਅਤੇ ਜਿਹੜਾ ਗਵਰਨਰ ਸੀ ਉਹਦੀ ਜਿਹੜੀ ਪ੍ਰਸਿੱਧੀ ਆ ਉਹ ਪੂਰੇ ਦੇਸ਼ ਦੇ ਵਿੱਚ ਹੋ ਗਈ, ਸਾਰੇ ਲੋਕ ਉਸ ਦੇ ਬਾਰੇ ਗੱਲਾਂ ਕਰਦੇ ਸਨ। Now the governor of other princes grew jealous of him। ਠੀਕ ਆ, ਅਤੇ ਹੁਣ ਉਹ ਵੀ ਗਵਰਨਰ ਸੀ, ਹੋਰ ਜਿਹੜੇ ਆਸ-ਪਾਸ ਦੇ ਰਾਜ ਸੀਗੇ ਉੱਥੇ ਵੀ ਗਵਰਨਰ ਸੀਗੇ ਹੋਰ, ਅਤੇ ਉਹਨਾਂ ਨੂੰ ਕੀ ਹੁੰਦਾ, ਜੈਲਸੀ ਹੋਣੀ ਸ਼ੁਰੂ ਹੋ ਜਾਂਦੀ ਆ, ਠੀਕ ਹੈ। ਦੇਖੋ ਆਪਸ 'ਚ ਗੱਲਾਂ ਬਾਤਾਂ ਕਰ ਰਹੇ ਨੇ ਕਿ ਸਾਡੀ ਤਾਂ ਲੋਕ ਇੰਨਾ ਇੱਜ਼ਤ ਮਾਣ ਕਰਦੇ ਨਹੀਂ ਹੈਗੇ ਜਿੰਨਾ ਜ਼ਿਆਦਾ ਇੱਜ਼ਤ ਮਾਣ ਉਸ ਗਰੀਬ ਸ਼ੈਫਰਡ ਨੂੰ ਦਿੱਤਾ ਜਾਂਦਾ ਵਾ। ਇਸ ਕਰਕੇ ਉਹਨਾਂ ਸਾਰਿਆਂ ਨੂੰ ਉਸ ਤੋਂ ਬਹੁਤ ਜ਼ਿਆਦਾ ਜੈਲਸੀ ਹੁੰਦੀ ਹੈ। ਐਂਡ ਬਿਗਿਨ ਟੂ ਟਾਕ ਟੂ ਦ ਕਿੰਗ ਅਗੇਂਸਟ ਹਿਮ। ਅਤੇ ਉਹ ਰਾਜੇ ਨੂੰ ਉਸ ਦੇ ਖਿਲਾਫ ਭੜਕਾਉਣਾ ਸ਼ੁਰੂ ਕਰ ਦਿੰਦੇ ਨੇ ਕਿ ਠੀਕ ਹੈ, ਅਲੱਗ-ਅਲੱਗ ਦਿਨ ਇੱਕ ਜ਼ਿਆਦਾ ਗਵਰਨਰ ਆ ਕੇ ਰਾਜੇ ਨੂੰ ਕੁਛ ਨਾ ਕੁਛ ਉਹਦੇ ਬਾਰੇ ਪੁੱਠਾ ਸਿੱਧਾ ਬੋਲਦੇ ਰਹਿੰਦੇ ਆ। ਅਤੇ ਪਹਿਲੇ ਦਿਨ ਕੀ ਹੁੰਦਾ, ਹੀ ਇਜ਼ ਵੈਰੀ ਡਿਸਆਨੈਸਟ ਐਂਡ ਕੀਪ ਫॉर ਹਿਮਸੈਲਫ ਅਪਾਰਟ ਫਰੋਮ ਮਨੀ ਦੈਟ ਹੀ ਕਲੈਕਟਸ ਐਜ਼ ਟੈਕਸ ਫਰੋਮ ਦਾ ਪੀਪਲ। ਦੇਖੋ ਗਵਰਨਰ ਦਾ ਇੱਕ ਕੰਮ ਕੀ ਹੁੰਦਾ, ਲੋਕਾਂ ਤੋਂ ਟੈਕਸ ਇਕੱਠਾ ਕਰਨਾ, ਠੀਕ ਹੈ। ਮਤਲਬ ਕਿ ਜਿੱਦਾਂ ਆਪਾਂ ਪਾਣੀ ਦਾ ਬਿੱਲ ਦਿੰਦੇ ਹਾਂ, ਠੀਕ ਹੈ, ਬਿਜਲੀ ਦਾ ਬਿੱਲ ਦਿੰਦੇ ਹਾਂ, ਉਸ ਟਾਈਮ 'ਤੇ ਵੀ ਥੋੜ੍ਹੇ ਬਹੁਤੇ ਬਿਲਸ ਹੁੰਦੇ ਸੀ, ਉਹਨਾਂ ਨੂੰ ਟੈਕਸ ਕਹਿ ਦਿੰਦੇ ਸੀਗੇ, ਠੀਕ ਹੈ। ਆਪਾਂ ਵੀ ਅੱਜ ਕੱਲ੍ਹ ਬਹੁਤ ਟੈਕਸ ਪੇ ਕਰਦੇ ਹਾਂ, ਤੁਹਾਡੇ ਪੇਰੈਂਟਸ ਵੀ ਕਰਦੇ ਹੋਣਗੇ। ਉਸੇ ਤਰ੍ਹਾਂ ਉਸ ਟਾਈਮ 'ਤੇ ਲੋਕ ਵੀ ਟੈਕਸ ਪੇ ਕਰਦੇ ਸੀ ਅਤੇ ਗਵਰਨਰ ਦਾ ਕੰਮ ਹੁੰਦਾ ਸਾਰਾ ਟੈਕਸ ਇਕੱਠਾ ਕਰਕੇ ਰਾਜ ਨੂੰ ਦੇਣਾ।
ਤੇ ਹੁਣ ਆ ਕੇ ਇਹ ਜੈਲਸ ਜਿਹੜਾ ਗਵਰਨਰ ਸੀ ਉਹ ਕੀ ਕਹਿੰਦਾ ਹੈ ਕਿ ਜਿਹੜਾ ਵੀ ਉਹ ਬਹੁਤ ਕਹਿੰਦੇ ਕਿ ਉਹ ਜਿਹੜਾ ਸ਼ੈਫਰਡ ਹੈ ਬਹੁਤ ਜ਼ਿਆਦਾ ਡਿਸਓਨੈਸਟ ਹੈ। ਜਿੰਨਾ ਪੈਸਾ ਉਹ ਟੈਕਸ ਦੇ ਰੂਪ ਵਿੱਚ ਇਕੱਠਾ ਕਰਦਾ ਉਹ 'ਚੋਂ ਕੁਝ ਹਿੱਸਾ ਉਹ ਆਪਣੇ ਲਈ ਰੱਖ ਲੈਂਦਾ ਵਾ, ਠੀਕ ਹੈ। ਦੂਸਰਾ ਗਵਰਨਰ ਕੀ ਕਹਿੰਦਾ, ਵਾਈ ਡਜ਼ ਹੀ ਆਲਵੇਜ਼ ਕੈਰੀ ਵਿਦ ਹਿਮ ਐਨ ਆਇਰਨ ਕੇਸਟ। ਕਹਿੰਦੇ ਉਹ ਹਮੇਸ਼ਾ ਆਪਣੇ ਨਾਲ ਇੱਕ ਆਇਰਨ ਕੇਸਟ ਕਿਉਂ ਰੱਖਦਾ ਆ। ਆਇਰਨ ਕੇਸ ਮਤਲਬ ਕਿ ਲੋਹੇ ਦਾ ਬਣਿਆ ਹੋਇਆ ਬਾਕਸ। ਕਹਿੰਦੇ ਉਹ ਆਪਣੇ ਨਾਲ ਹਮੇਸ਼ਾ ਇੱਕ ਆਇਰਨ ਕੇਸ ਕਿਉਂ ਰੱਖਦਾ ਹੈ। Perhaps he carries in that treasure that he had secretly collected. After all, he was an ordinary shepherd and could behave no better. ਤੇ ਉਹ ਕਹਿੰਦਾ ਹੈ ਦੂਸਰਾ ਜਿਹੜਾ ਗਵਰਨਰ ਹੁੰਦਾ ਆ ਉਹ ਕੀ ਕਹਿੰਦਾ ਆ ਕਿ ਮੈਨੂੰ ਤਾਂ ਪੱਕਾ ਸ਼ੱਕ ਹੈ ਕਿ ਉਸ ਵਾਲੇ ਬਕਸੇ ਦੇ ਵਿੱਚ ਉਸਨੇ ਕੀ ਰੱਖਿਆ ਹੋਇਆ ਹੈ, ਆਪਣਾ ਖਜ਼ਾਨਾ ਰੱਖਿਆ ਹੋਇਆ। ਹੁਣ ਹੈ ਤਾਂ ਉਹ ਇੱਕ ਗਰੀਬ ਭੇਡਾਂ ਚਰਾਉਣ ਵਾਲਾ ਚਰਵਾਹਾ ਹੀ ਨਾ, ਤਾਂ ਓਬਵੀਅਸਲੀ ਉਸਨੂੰ ਵੀ ਪੈਸੇ ਦੀ ਜ਼ਰੂਰਤ ਹੈ, ਤਾਂ ਉਹ ਉਸਨੇ ਉਸ ਬਕਸੇ ਦੇ ਵਿੱਚ ਆਪਣਾ ਸਾਰਾ ਖਜ਼ਾਨਾ ਲੁਕੋਇਆ ਹੋਇਆ ਹੈ। At the first, king did not pay attention to these reports. ਪਹਿਲਾਂ ਤਾਂ ਰਾਜਾ ਇਸ ਵੱਲ ਬਿਲਕੁਲ ਵੀ ਧਿਆਨ ਨਹੀਂ ਦਿੰਦਾ। But how long could he ignore these governors? ਪਰ ਉਹ ਕਿੰਨਾ ਟਾਈਮ ਇਹਨਾਂ ਗਵਰਨਰਸ ਨੂੰ ਇਗਨੋਰ ਕਰਦਾ ਰਹਿੰਦਾ। There are endless stories about the shepherd. ਅਤੇ ਉਹਨਾਂ ਦੀਆਂ ਬਹੁਤ ਸਾਰੀਆਂ ਕਹਾਣੀਆਂ ਜਿਹੜੀਆਂ ਕਿ ਰੋਜ਼ ਰਾਜੇ ਨੂੰ ਸੁਣਾਈਆਂ ਜਾਂਦੀਆਂ ਸੀਗੀਆਂ। One thing was certain, the king discovered. ਅਤੇ ਰਾਜੇ ਨੂੰ ਇੱਕ ਗੱਲ ਬਹੁਤ ਅਜੀਬ ਲੱਗੀ ਅਤੇ ਉਸ ਦੇ ਬਾਰੇ ਉਹ ਹੋਰ ਜ਼ਿਆਦਾ ਜਾਣਨਾ ਚਾਹੁੰਦਾ ਸੀ। The governor did carry an iron cast with him all the time. ਕਿ ਹਾਂ ਉਹ ਚਰਵਾਹਾ ਆਪਣੇ ਨਾਲ ਹਮੇਸ਼ਾ ਇੱਕ ਆਇਰਨ ਦਾ ਬਣਿਆ ਹੋਇਆ ਲੋਹੇ ਦਾ ਬਣਿਆ ਹੋਇਆ ਡੱਬਾ ਤਾਂ ਰੱਖਦਾ ਹੈ। ਤਾਂ ਰਾਜਾ ਵੀ ਜਾਣਨਾ ਚਾਹੁੰਦਾ ਸੀ ਕਿ ਉਸ ਡੱਬੇ ਦੇ ਵਿੱਚ ਹੈ ਕੀ। So the new governor was summoned to the palace. He was riding on his camel. To everyone's delight, the famous iron chest was here, fastened secured behind him on the camel's back. Now the king was angry and he turned. ਤੇ ਉਸ ਤੋਂ ਬਾਅਦ ਕੀ ਹੋਇਆ, ਉਸ ਗਰੀਬ ਜਿਹੜਾ ਵਿਚਾਰਾ ਬਹੁਤ ਹੀ ਇਮਾਨਦਾਰ ਸ਼ੈਫਰਡ ਸੀਗਾ ਉਸਨੂੰ ਦਰਬਾਰ ਦੇ ਵਿੱਚ ਬੁਲਾਇਆ ਜਾਂਦਾ ਹੈ। ਅਤੇ ਸ਼ੈਫਰਡ ਜਿਹੜਾ ਹੈ ਉਹ ਆਪਣੇ ਊਂਠ ਦੇ ਉੱਪਰ ਬੈਠ ਕੇ ਆਉਂਦਾ ਹੈ। ਸਾਰੇ ਲੋਕ ਇਹ ਦੇਖ ਕੇ ਬਹੁਤ ਖੁਸ਼ ਹੁੰਦੇ ਹਨ ਕਿ ਜਿਹੜਾ ਕੈਮਲ ਹੈ ਉਹਦੀ ਬੈਟ ਦੇ ਉੱਪਰ ਉਹਦੀ ਪਿੱਠ ਦੇ ਉੱਪਰ ਉਹ ਆਇਰਨ ਦਾ ਬਣਿਆ ਹੋਇਆ ਚੈਸਟ ਵੀ ਪਿਆ ਹੋਇਆ ਹੈ, ਠੀਕ ਹੈ। ਤਾਂ ਸਾਰੇ ਲੋਕ ਖੁਸ਼ ਸੀਗੇ ਨਾ ਕਿ ਹੁਣ ਦੇਖਿਓ ਇਹਦੀ ਤਾਂ ਪੂਰੀ ਵਾਟ ਲੱਗ ਜਾਣੀ ਆ, ਕਿਉਂਕਿ ਸਾਰਿਆਂ ਨੂੰ ਲੱਗਦਾ ਸੀ ਕਿ ਉਹਦੇ ਵਿੱਚ ਖਜ਼ਾਨਾ ਹੈ ਅਤੇ ਰਾਜਾ ਉਹ ਦੇਖ ਕੇ ਕੋਈ ਨਾ ਕੋਈ ਐਕਸ਼ਨ ਤਾਂ ਜ਼ਰੂਰ ਲਏਗਾ। ਅਤੇ ਰਾਜਾ ਜਦੋਂ ਉਸ ਆਇਰਨ ਕੈਸਟ ਨੂੰ ਦੇਖਦਾ ਹੈ ਰਾਜੇ ਨੂੰ ਬਹੁਤ ਗੁੱਸਾ ਆਉਂਦਾ ਹੈ ਅਤੇ ਉਹ ਚਿੱਲਾ ਕੇ ਬੋਲਦਾ ਹੈ, ਵਾਈ ਡੂ ਯੂ ਆਲਵੇਜ਼ ਕੈਰੀ ਦੈਟ ਆਇਰਨ ਚੈਸਟ ਵਿਦ ਯੂ, ਵਟ ਡਜ਼ ਇਟ ਕੰਟੇਨ। ਅਤੇ ਰਾਜਾ ਉਸਨੂੰ ਗੁੱਸੇ 'ਚ ਪੁੱਛਦਾ ਹੈ ਕਿ ਤੁਸੀਂ ਹਮੇਸ਼ਾ ਇਹ ਆਇਰਨ ਚੈਸਟ ਆਪਣੇ ਨਾਲ ਕਿਉਂ ਰੱਖਦੇ ਹੋ, ਇਹਦੇ ਵਿੱਚ ਐਸਾ ਹੈ ਕੀ। The shepherd governor smiled. ਅਤੇ ਜਿਹੜਾ ਉਹ ਚਰਵਾਹਾ ਹੁੰਦਾ ਜਿਹਨੂੰ ਗਵਰਨਰ ਬਣਾ ਦਿੱਤਾ ਗਿਆ ਉਹ ਸਮਾਈਲ ਕਰਦਾ ਹੈ and asked his servant to bring the chest. ਅਤੇ ਆਪਣੇ ਸਰਵੈਂਟ ਨੂੰ ਕਹਿੰਦਾ ਹੈ ਕਿ ਜਾ ਕੇ ਮੇਰਾ ਉਹ ਲੋਹੇ ਦਾ ਬਾਕਸ ਲੈ ਕੇ ਆਓ। How eagerly the people standing around waiting for the shepherd to be find out. ਅਤੇ ਜਿਹੜੇ ਆਸ-ਪਾਸ ਦੇ ਮੰਤਰੀ ਹੁੰਦੇ ਆ ਨਾ ਉਹ ਬਹੁਤ ਖੁਸ਼ ਹੁੰਦੇ ਆ, ਬਹੁਤ ਜ਼ਿਆਦਾ ਮਤਲਬ ਈਗਰਲੀ ਖੜ੍ਹੇ ਹੁੰਦੇ ਆ, ਉਹ ਬਹੁਤ ਤੀਬਰ ਇੱਛਾ ਨਾਲ ਵੇਟ ਕਰ ਰਹੇ ਹੁੰਦੇ ਹਨ ਕਿ ਕਦੋਂ ਇਹ ਆਇਰਨ ਬਾਕਸ ਖੁੱਲ੍ਹੇ ਅਤੇ ਸਾਰਾ ਦਾ ਸਾਰਾ ਭੇਤ ਜਿਹੜਾ ਰਾਜੇ ਦੇ ਸਾਹਮਣੇ ਆ ਜਾਵੇ। But how great was their astonishment and even of the king himself when the chest was opened. No gold or silver or jewels, but the old blanket and a turban were all that come out. ਪਰ ਜਿਹੜੀ ਉਹਨਾਂ ਦੀ ਹੈਰਾਨੀ ਸੀ ਉਹ ਜ਼ਿਆਦਾ ਦੇਰ ਤੱਕ ਨਹੀਂ ਟਿਕੀ। ਈਵਨ ਕਿ ਰਾਜਾ ਵੀ ਹੈਰਾਨ ਸੀ, ਉਹ ਵੀ ਜ਼ਰਾ ਉਹਦੀ ਵੀ ਹੈਰਾਨੀ ਸੀਗੀ ਉਹ ਬਿਲਕੁਲ ਪਾਣੀ ਹੋ ਗਈ, ਕਿਉਂਕਿ ਜਦੋਂ ਉਸ ਚੈਸਟ ਨੂੰ ਖੋਲ੍ਹਿਆ ਗਿਆ ਉਹਦੇ ਵਿੱਚ ਕੀ ਸੀਗਾ, ਸਿਰਫ ਇੱਕ ਪੁਰਾਣਾ ਬਲੈਂਕਟ, ਠੀਕ ਹੈ, ਅਤੇ ਇੱਕ ਟਰਬਨ, ਇੱਕ ਉਹਦੀ ਪੱਗ। This, my dear master, is my only treasure. I always carry it with me. ਅਤੇ ਉਸ ਤੋਂ ਬਾਅਦ ਸ਼ੈਫਰਡ ਕਹਿੰਦਾ ਹੈ ਕਿ ਹੇ ਮਹਾਰਾਜ, ਸਿਰਫ ਇਹੀ ਹੈ ਮੇਰਾ ਖਜ਼ਾਨਾ ਜਿਸ ਨੂੰ ਮੈਂ ਹਮੇਸ਼ਾ ਆਪਣੇ ਨਾਲ ਰੱਖਦਾ ਹਾਂ।
द शेफर्ड स्पोक विद क्वाइट डिगनिटी एंड प्राइड। तो जिहड़ा शेफर्ड है वो ये गल बहुत ही प्यार नाल ते बिना किसी घमंड ਦੇ ਕਹਿੰਦਾ है, क्योंकि उसनूं पता सी कि वो सच बोल रहा है, इस करके ਉਹਦਾ थोड़ा जिहा इतराउणा ਤਾਂ बनता सी। बट वाई डू यू कैरी सच अ ऑर्डनरी ब्लैंकेट विद यू, श्योरली यू आर द गवर्नर ऑफ द डिस्ट्रिक्ट। तो ਸਾਰੇ ਜਾਣੇ ਆਪਸ 'ਚ ਜਦੋਂ ਉਹ ਦੇਖਦੇ ਆ ਕਿ ਇਹ ਕੀ ਹੋਇਆ, ਇੱਥੇ ਤਾਂ ਕੋਈ ਖਜ਼ਾਨਾ ਨਿਕਲਿਆ ਹੀ ਨਹੀਂ, ਤਾਂ ਉਹ ਕੁਐਸਚਨ ਕਰਦੇ ਨੇ ਕਿ ਤੁਸੀਂ ਇਹ ਸਧਾਰਨ ਜਿਹਾ ਕੰਬਲ ਆਪਣੇ ਨਾਲ ਕਿਉਂ ਰੱਖਦੇ ਹੋ, ਤੁਸੀਂ ਤਾਂ ਇੱਕ ਡਿਸਟ੍ਰਿਕਟ ਦੇ ਗਵਰਨਰ ਹੋ ਨਾ। ਤਾਂ ਸ਼ੈਫਰਡ ਕਹਿੰਦਾ ਹੈ, ਦਿਸ ਬਲੈਂਕੇਟ ਇਜ਼ ਮਾਈ ਓਲਡ ਫਰੈਂਡ, it will still protect me if at any time your majesty should wish to take away my new clocks। clocks मतलब कि ਇਹ ਜਿਹੜੇ ਨਵੇਂ ਕੱਪੜੇ, ਠੀਕ ਹੈ, ਰਾਜੇ ਮਹਾਰਾਜਿਆਂ ਦੇ ਜਿਹੜਾ ਪਹਿਰਾਵਾ ਹੁੰਦਾ। ਤੇ ਸ਼ੈਫਰਡ ਆਨਸਰ ਦਿੰਦਾ ਹੈ ਕਿ ਇਹ ਜਿਹੜੀਆਂ ਦੋ ਚੀਜ਼ਾਂ ਨੇ ਨਾ, ਕੰਬਲ ਅਤੇ ਮੇਰੀ ਟਰਬਨ, ਇਹ ਮੇਰੇ ਬਹੁਤ ਪੁਰਾਣੇ ਮਿੱਤਰ ਨੇ। ਇਹ ਮੈਨੂੰ ਅੱਜ ਵੀ ਮੇਰੀ ਉੱਦਾਂ ਹੀ ਦੇਖਭਾਲ ਕਰਨਗੇ, ਮੈਨੂੰ ਉੱਦਾਂ ਹੀ ਪ੍ਰੋਟੈਕਟ ਕਰਨਗੇ ਜਿੱਦਾਂ ਪਹਿਲਾਂ ਕਰਦੇ ਸੀ। ਜੇਕਰ ਰਾਜਾ ਅੱਜ ਮੇਰੇ ਤੋਂ ਮੇਰੇ ਸਾਰੇ ਦੇ ਸਾਰੇ ਨਵੇਂ ਕੱਪੜੇ ਜਿਹੜੇ ਆ ਉਹ ਲੈ ਲੈਂਦਾ ਹੈ, ਤਾਂ ਅੱਜ ਵੀ ਮੈਨੂੰ ਮੇਰਾ ਕੰਬਲ ਅਤੇ ਮੇਰੀ ਟਰਬਨ ਜਿਹੜੀ ਆ ਉਹ ਪ੍ਰੋਟੈਕਟ ਕਰਨਗੇ। How pleased the king was and how embarrassed the jealous governor became to hear the wise man's reply. Now they knew the shepherd was intended the humblest and the wise man in the land. The king made him the governor of a such bigger district that very day. ਤੇ ਉਸ ਤੋਂ ਬਾਅਦ ਰਾਜਾ ਜਿਹੜਾ ਬਹੁਤ ਖੁਸ਼ ਹੁੰਦਾ ਹੈ, ਜਿਹੜੇ ਜੈਲਸ ਗਵਰਨਰ ਹੁੰਦੇ ਆ ਉਹ ਐम्बैरस ਹੁੰਦੇ ਆ ਕਿ ਅਸੀਂ ਇਹਦੇ 'ਤੇ ਇਲਜ਼ਾਮ ਲਗਾਇਆ ਸੀਗਾ। ਅਤੇ ਇਹ ਸਭ ਸੁਣ ਕੇ ਉਸ ਵਾਈਜ਼ ਮੈਨ ਦਾ ਰਿਪਲਾਈ ਸੁਣ ਕੇ ਸਭ ਖੁਸ਼ ਹੁੰਦੇ ਨੇ। ਅਤੇ ਰਾਜਾ ਕੀ ਕਰਦਾ ਹੈ, ਉਸ ਹੰਬਲ ਅਤੇ ਵਾਈਜ਼ ਮੈਨ ਨੂੰ ਕੀ ਕਰਦਾ ਹੈ, ਤੋਹਫਾ ਦਿੰਦਾ ਹੈ। ਅਤੇ ਤੋਹਫੇ ਦੇ ਰੂਪ ਵਿੱਚ ਉਸ ਨੂੰ ਹੁਣ ਇੱਕ ਵੱਡੀ ਸਟੇਟ ਦਾ, ਇੱਕ ਪੂਰੇ ਵੱਡੇ ਰਾਜ ਦਾ ਗਵਰਨਰ ਬਣਾ ਦਿੰਦਾ ਹੈ। ਸੋ ਇਹ ਸੀ ਆਪਣੀ ਸਟੋਰੀ। So what we learn from the story is we see that a shepherd rose to fame with wisdom and humbleness, and even after becoming famous, he remained as humble as he was earlier. The story teaches us to be polite and humble in every situation. ਅਤੇ ਆਪਾਂ ਦੇਖਿਆ ਕਿ ਸ਼ੈਫਰਡ ਜਿਹੜਾ ਸੀ ਉਹ ਪਹਿਲਾਂ ਬਹੁਤ ਗਰੀਬ ਸੀ, ਉਸ ਤੋਂ ਬਾਅਦ ਉਸ ਨੂੰ ਬਹੁਤ ਜ਼ਿਆਦਾ ਫੇਮ ਮਿਲ ਗਿਆ, ਬਹੁਤ ਜ਼ਿਆਦਾ ਪ੍ਰਸਿੱਧੀ ਮਿਲ ਗਈ, ਉਹਦੇ ਕੋਲ ਬਹੁਤ ਜ਼ਿਆਦਾ ਵਿਜ਼ਡਮ ਵੀ ਸੀਗਾ, ਹੰਬਲਨੈਸ ਵੀ ਸੀਗੀ, ਠੀਕ ਹੈ, ਜਿਸ ਕਰਕੇ ਉਸ ਨੂੰ ਇਹ ਫੇਮ ਮਿਲਿਆ ਸੀ। ਲੇਕਿਨ ਫੇਮਸ ਹੋਣ ਤੋਂ ਬਾਅਦ ਵੀ ਉਸਨੇ ਆਪਣੀ ਹੰਬਲਨੈਸ ਦੀ ਜਿਹੜੀ ਕੁਆਲਿਟੀ ਸੀ ਉਸ ਨੂੰ ਬਿਲਕੁਲ ਨਹੀਂ ਛੱਡਿਆ। ਸੋ ਆਪਾਂ ਨੂੰ ਇਸ ਸਟੋਰੀ ਤੋਂ ਸਿੱਖਿਆ ਮਿਲਦੀ ਹੈ ਕਿ ਸਾਨੂੰ ਹਰੇਕ ਸਿਚੁਏਸ਼ਨ ਦੇ ਵਿੱਚ ਪੋਲਾਈਟ ਐਂਡ ਹੰਬਲ ਰਹਿਣਾ ਚਾਹੀਦਾ ਹੈ। ਚਾਹੇ ਤੁਹਾਡੇ ਕੋਲ ਫਿਊਚਰ ਦੇ ਵਿੱਚ ਕਿੰਨਾ ਵੀ ਪੈਸਾ, ਕਿੰਨਾ ਵੀ ਧਨ ਕਿਉਂ ਨਾ ਆ ਜਾਵੇ, ਲੇਕਿਨ ਤੁਹਾਨੂੰ ਆਪਣੇ ਸਾਰੇ ਦੋਸਤਾਂ ਨਾਲ ਜਿੱਦਾਂ ਤੁਸੀਂ ਅੱਜ ਬਿਹੇਵ ਕਰਦੇ ਹੋ ਉੱਦਾਂ ਹੀ ਬਿਹੇਵ ਕਰਨਾ ਚਾਹੀਦਾ। ਇੱਦਾਂ ਨਹੀਂ ਕਿ ਤੁਹਾਡੇ ਕੋਲ ਪੈਸਾ ਆਇਆ ਅਤੇ ਤੁਸੀਂ ਆਪਣੇ ਐਟੀਟਿਊਡ ਦੇ ਵਿੱਚ ਆਪਣੀ ਜਿਹੜੀ ਤੁਹਾਡੀ ਵੈਲਬੀਇੰਗ ਆ ਉਹਦੇ ਵਿੱਚ ਵੀ ਚੇਂਜ ਲੈ ਆਓ, ਅਤੇ ਹਮੇਸ਼ਾ ਘਮੰਡੀ ਉਹਨਾਂ ਨੂੰ ਸ਼ੋਅ ਆਫ ਕਰੋ ਕਿ ਮੇਰੇ ਕੋਲ ਬਹੁਤ ਪੈਸਾ ਹੈ, ਅਤੇ ਆਪਣਾ ਘਮੰਡ ਦੇ ਨਾਲ ਉਹਨਾਂ ਤੋਂ ਦੂਰ ਹੋ ਜਾਓ ਕਿਉਂਕਿ ਉਹ ਗਰੀਬ ਨੇ। ਐਸਾ ਨਹੀਂ ਹੁੰਦਾ, ਕਿਉਂਕਿ ਜ਼ਿੰਦਗੀ ਦੇ ਵਿੱਚ ਜੇਕਰ ਆਪਾਂ ਨੂੰ ਕੋਈ ਚੀਜ਼ ਮਿਲੀ ਹੈ ਤਾਂ ਕੱਲ੍ਹ ਨੂੰ ਆਪਣੇ ਤੋਂ ਜਾ ਵੀ ਸਕਦੀ ਹੈ। ਜੇਕਰ ਤੁਸੀਂ ਆਪਣਾ ਐਟੀਟਿਊਡ, ਆਪਣਾ ਨੇਚਰ ਸੇਮ ਰੱਖੋਗੇ, ਹੰਬਲ ਰਹੋਗੇ, ਲੋਕਾਂ ਨਾਲ ਦਿਆਲੂਤਾ ਨਾਲ ਬਿਹੇਵ ਕਰੋਗੇ, ਪਿਆਰ ਨਾਲ ਗੱਲਬਾਤ ਕਰੋਗੇ, ਤਾਂ ਉਹੀ ਤੁਹਾਡੀ ਅਸਲ ਪੂੰਜੀ ਹੈ। ਅਤੇ ਲੋਕ ਤੁਹਾਡੇ ਨਾਲ ਗੱਲਬਾਤ ਕਰਨਾ, ਤੁਹਾਡੇ ਨਾਲ ਪਿਆਰ ਕਰਨਾ ਉੱਦਾਂ ਹੀ ਜਾਰੀ ਰੱਖਣਗੇ, ਚਾਹੇ ਤੁਹਾਡੀ ਸਿਚੁਏਸ਼ਨ ਪੂਅਰ ਤੋਂ ਵੀ ਪੂਅਰਰ ਕਿਉਂ ਨਾ ਹੋ ਜਾਵੇ, ਤੁਸੀਂ ਕਿੰਨੇ ਵੀ ਗਰੀਬ ਕਿਉਂ ਨਾ ਹੋ ਜਾਓ, ਲੋਕ ਤੁਹਾਨੂੰ ਉੱਦਾਂ ਹੀ ਪਿਆਰ ਕਰਨਗੇ। ਇਸ ਕਰਕੇ ਤੁਹਾਨੂੰ ਹਮੇਸ਼ਾ ਸਾਰਿਆਂ ਦੇ ਨਾਲ ਪਿਆਰ ਨਾਲ ਗੱਲ ਕਰਨੀ ਚਾਹੀਦੀ ਹੈ ਅਤੇ ਆਪਣੀ ਪੋਲਾਈਟਨੈਸ ਨੂੰ ਕਦੇ ਵੀ ਜਾਣ ਨਹੀਂ ਦੇਣਾ ਚਾਹੀਦਾ, ਠੀਕ ਹੈ। ਸੋ ਆਈ ਹੋਪ ਯੂ ਲਾਈਕ ਦਿਸ ਸਟੋਰੀ। ਥੈਂਕ ਯੂ ਵੈਰੀ ਮਚ ਫॉर ਵਾਚਿੰਗ ਦਿਸ।